Hello guys, today's our topic is population inversion and pumping method. ਪੰਪਿੰਗ ਮੈਥਡ ਕੀ ਹੁੰਦਾ ਆਪਣੇ ਕੋਲੇ? ਪੰਪਿੰਗ ਮੈਥਡ ਹੁੰਦਾ ਜਦੋਂ ਆਪਾਂ ਕੋਈ ਵੀ ਪਾਰਟੀਕਲ ਨੂੰ ਐਕਸਾਈਟ ਕਰਕੇ ਆਪਾਂ ਗਰਾਊਂਡ ਸਟੇਟ ਤੋਂ ਐਕਸਾਈਟਡ ਸਟੇਟ ਵੱਲ ਲੈ ਕੇ ਜਾਂਦੇ ਹਾਂ, ਉਹਨੂੰ ਆਪਾਂ ਪੰਪਿੰਗ ਮੈਥਡ ਕਹਿੰਦੇ ਹਾਂ। ਅਤੇ ਆਪਣੇ ਕੋਲੇ ਇਸ ਮੈਥਡ ਦੇ ਦੁਆਰਾ ਜਦੋਂ ਆਪਣੇ ਕੋਲੇ ਜਿਹੜੇ ਪਾਰਟੀਕਲਸ ਹੈ ਉਹ ਐਕਸਾਈਟਡ ਸਟੇਟ 'ਚ N2 ਗ੍ਰੇਟਰ ਦੈਨ N1 ਹੋ ਜਾਣ, ਮੀਨਸ ਕਿ ਐਕਸਾਈਟਡ ਸਟੇਟ 'ਚ ਪਾਰਟੀਕਲ ਜ਼ਿਆਦਾ ਹੋ ਜਾਣ ਕਿਹਦੇ ਤੋਂ, ਆਪਣੇ ਕੋਲੇ ਗਰਾਊਂਡ ਸਟੇਟ ਤੋਂ। ਆਪਾਂ ਉਹਨੂੰ ਕੀ ਕਹਿੰਦੇ ਆ, ਉਸ ਪ੍ਰੋਸੈਸ ਨੂੰ ਕੀ ਕਹਿੰਦੇ ਆ, ਪੋਪੂਲੇਸ਼ਨ ਇਨਵਰਜਨ। ਉਹ ਕਿਵੇਂ ਹੁੰਦਾ ਹੈ, ਕਿਹੜੀ ਸਕੀਮ ਦੁਆਰਾ? ਪੰਪਿੰਗ ਸਕੀਮ ਦੁਆਰਾ। ਤਾਂ ਅੱਜ ਦੇ ਟੌਪਿਕ 'ਚ ਆਪਾਂ ਪੰਪਿੰਗ ਮੈਥਡਸ ਬਾਰੇ ਡਿਸਕਸ ਕਰਾਂਗੇ। ਐਜ਼ ਵੀ ਨੋ ਡੈਟ there are the number of atoms in the given chemical element sample। ਕਿਸੇ ਵੀ ਆਪਣੇ ਕੋਲੇ ਜਿਹੜਾ ਕੈਮੀਕਲ ਸੈਂਪਲ ਆ ਉਹਦੇ ਅੰਦਰ ਨੰਬਰ ਆਫ ਐਟਮਸ ਹੁੰਦੇ ਆ then occupy different energy levels in the sample। certain number of atoms may collectively occupy same energy state and number of atoms per unit volume occupy the energy state is called population of the state। ਹੁਣ ਆਪਣੇ ਕੋਲੇ ਬਹੁਤ ਸਾਰੇ ਐਟਮਸ ਹੁੰਦੇ ਆ, ਲੋ ਐਨਰਜੀ ਸਟੇਟ 'ਚ ਹੁੰਦੇ ਆ, ਸੇਮ ਐਨਰਜੀ ਲੈਵਲ 'ਚ ਹੁੰਦੇ ਆ। ਬਹੁਤ ਸਾਰੇ ਐਕਸਾਈਟਡ ਐਨਰਜੀ ਲੈਵਲ 'ਚ ਹੁੰਦੇ ਆ, ਤਾਂ ਉਹਨੂੰ ਆਪਾਂ ਪੋਪੂਲੇਟਡ ਜਾਂ ਪੋਪੂਲੇਸ਼ਨ ਐਨਰਜੀ ਸਟੇਟਸ ਕਹਿ ਦਿੰਦੇ ਹਾਂ। ਲੈਟ ਦਾ ਟੈਂਪਰੇਚਰ T1 T then energy level E has number of atoms equal to N population in energy level E। ਹੁਣ ਆਪਾਂ ਅਗਰ ਬੋਲਟਜ਼ਮੈਨ ਇਕੁਏਸ਼ਨ ਦੀ ਤਰ੍ਹਾਂ ਦੇਖੀਏ ਤਾਂ ਆਪਣੇ ਕੋਲੇ ਐਨ ਕੀ ਹੈ, ਨੰਬਰ ਆਫ ਐਟਮਸ ਜਾਂ ਪਾਰਟੀਕਲਸ ਨੂੰ ਡਿਨੋਟ ਕਰਦਾ ਹੈ। ਈ ਆਪਣੇ ਕੋਲੇ ਕੀ ਹੈ, ਐਨਰਜੀ ਹੈ ਕਿਸੇ ਐਨਰਜੀ ਸਟੇਟ ਦੀ, ਐਂਡ ਟੀ ਕੀ ਆਪਣੇ ਕੋਲੇ ਟੈਂਪਰੇਚਰ ਹੈ। ਇਹ ਆਪਣੇ ਕੋਲੇ ਬੋਲਟਜ਼ਮੈਨ ਇਕੁਏਸ਼ਨ ਹੈ, ਇਹਨੂੰ ਐਜ਼ ਇਟ ਇਜ਼ ਯਾਦ ਕਰਨਾ ਪਏਗਾ। ਅਗਰ ਇਹਦੇ ਅੰਦਰ ਆਪਾਂ ਈ ਐਨਰਜੀ ਸਟੇਟ ਮਤਲਬ ਕਿ ਇਹਦੀ ਲੈਵਲਸ ਦੀ ਵੈਲਿਊਜ਼ ਪੁੱਟ ਕਰ ਦਈਏ E1 ਐਂਡ E2, ਤਾਂ ਆਪਣੇ ਕੋਲੇ ਦੋ ਇਕੁਏਸ਼ਨਸ ਆਉਣਗੀਆਂ। ਉਹਨੂੰ ਆਪਾਂ ਦੇਖਦੇ ਹਾਂ ਫਰਦਰ। ਆਪਣੇ ਕੋਲ ਇਕੁਏਸ਼ਨਸ ਹੈਗੀਆਂ N1 ਇਕੁਅਲ ਟੂ E ਰੇਜ਼ ਟੂ ਪਾਵਰ ਮਾਈਨਸ E1 ਬਾਈ KBT ਐਂਡ N2 ਇਕੁਅਲ ਟੂ E ਰੇਜ਼ ਟੂ ਪਾਵਰ ਮਾਈਨਸ E2 ਬਾਈ KBT। E1 ਐਂਡ E2 ਆਪਣੇ ਕੋਲੇ ਪੋਪੂਲੇਸ਼ਨ N1 ਐਂਡ N2 ਨੂੰ ਡਿਨੋਟ ਕਰਦੇ ਆ। ਦੈਨ ਆਪਾਂ ਟੈਂਪਰੇਚਰ T ਨੂੰ T ਨਾਲ ਡਿਨੋਟ ਕਰਦੇ ਹਾਂ। ਐਂਡ ਨੋਰਮਲ ਕੰਡੀਸ਼ਨ 'ਚ ਦੇਖੀਏ, ਵੈਨ ਮਟੀਰੀਅਲ ਇਨ ਥਰਮਲ ਇਕੁਇਲਿਬਰੀਅਮ the atoms in lower energy state E1 are more than higher energy state। ਅਗਰ ਆਪਾਂ ਗਰਾਊਂਡ ਸਟੇਟ ਮਤਲਬ ਕਿ ਰੀਅਲਿਸਟਿਕ ਉਹਦੇ 'ਚ ਦੇਖੀਏ ਤਾਂ ਆਪਣੇ ਕੋਲ ਕੀ ਹੁੰਦਾ ਹੈ, ਗਰਾਊਂਡ ਸਟੇਟ 'ਚ ਸਟੇਬਲ ਹੁੰਦੀ ਹੈ, ਇਸ ਕਰਕੇ N1 ਗ੍ਰੇਟਰ ਦੈਨ N2 ਹੁੰਦਾ ਹੈ। ਪਰ ਆਪਾਂ ਪੰਪਿੰਗ ਸਕੀਮ ਅਪਲਾਈ ਕਰਕੇ ਉਹਨੂੰ ਕਿਹੜੀ ਸਟੇਟ 'ਚ ਲੈ ਕੇ ਆਉਣਾ ਹੈ, N2 ਗ੍ਰੇਟਰ ਦੈਨ N1। ਮਤਲਬ ਕਿ ਆਪਾਂ ਨੂੰ ਐਕਸਾਈਟਡ ਸਟੇਟ 'ਚ ਐਟਮਸ ਜ਼ਿਆਦਾ ਚਾਹੀਦੇ ਹੈ, ਕਿਹਦੇ ਤੋਂ? ਲੋਅਰ ਐਨਰਜੀ ਸਟੇਟ ਤੋਂ। ਤਾਂ ਆਪਾਂ ਦੇਖਦੇ ਹਾਂ, ਬਟ ਵੈਨ the number of atoms in excited state are made more by some external means method by pumping than number of atoms in the lower energy state, then such conditions is known as population inversion। ਤਾਂ ਆਪਣੇ ਕੋਲੇ ਜਦੋਂ ਆਪਾਂ ਐਕਸਾਈਟਡ ਸਟੇਟ 'ਚ, ਐਕਸਾਈਟਡ ਸਟੇਟ ਕਿਹੜੀ ਆ ਆਪਣੇ ਕੋਲੇ? N2 ਹੈਗੀ ਹੈ। N2 ਗ੍ਰੇਟਰ ਦੈਨ N1 ਲੈ ਕੇ ਆਉਂਦੇ ਹਾਂ। ਇਸੇ ਸਕੀਮ ਨੂੰ ਹੀ ਜਾਂ ਇਸੇ ਪ੍ਰੋਸੈਸ ਨੂੰ ਹੀ ਪੋਪੂਲੇਸ਼ਨ ਇਨਵਰਜਨ ਕਹਿੰਦੇ ਆ। ਤਾਂ ਆਪਾਂ ਆਪਣੇ ਕੋਲੇ ਪੰਪਿੰਗ ਜਿਹਦੇ ਨਾਲ ਇਹ ਪ੍ਰੋਸੈਸ ਹੁੰਦਾ, ਪੰਪਿੰਗ ਨਾਲ, ਕਿਉਂਕਿ ਪੰਪਿੰਗ ਪ੍ਰੋਸੈਸ ਦਾ ਮਤਲਬ ਕੀ ਆ, ਉਹਨੂੰ ਐਨਰਜੀ ਦੇ ਕੇ ਐਕਸਾਈਟਡ ਸਟੇਟ 'ਚ ਲੈ ਕੇ ਜਾਣਾ ਕਿਸੇ ਐਟਮ ਜਾਂ ਪਾਰਟੀਕਲ ਨੂੰ। ਤਾਂ ਉਹਦੇ ਵੇਰੀਅਸ ਮੈਥਡਸ ਹੈਗੀਆਂ। ਫਸਟ ਆਪਣੇ ਕੋਲੇ ਹੈ ਆਪਟੀਕਲ ਪੰਪਿੰਗ, ਇਲੈਕਟ੍ਰੀਕਲ ਪੰਪਿੰਗ, ਕੋਲੀਜਨ ਆਫ ਫਸਟ ਕਾਈਂਡ, ਕੋਲੀਜਨ ਆਫ ਸੈਕਿੰਡ ਕਾਈਂਡ, ਕੈਮੀਕਲ ਪੰਪਿੰਗ, ਐਕਸ-ਰੇਜ਼ ਪੰਪਿੰਗ ਐਂਡ ਫਰਦਰ ਬਹੁਤ ਸਾਰੇ ਹੈਗੇ ਆ, ਜਿਨ੍ਹਾਂ 'ਚ ਆਪਾਂ ਫਸਟ ਡਿਸਕਸ ਕਰਾਂਗੇ ਆਪਟੀਕਲ ਪੰਪਿੰਗ। ਐਂਡ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਆਪਣੇ ਕੋਲੇ ਪੰਪਿੰਗ ਸਕੀਮ ਹੈਗੀ ਆ, ਤਾਂ ਇਹਨੂੰ ਆਪਾਂ ਦੇਖਦੇ ਹਾਂ। ਆਪਟੀਕਲ ਪੰਪਿੰਗ ਕੀ ਹੁੰਦੀ ਹੈ? ਜਦੋਂ ਆਪਾਂ ਆਪਟੀਕਲ ਪੰਪਿੰਗ ਨੂੰ ਇਸਤੇਮਾਲ ਕਰਦੇ ਹਾਂ, ਇਹਦੇ ਅੰਦਰ ਆਪਾਂ ਲਾਈਟ ਯੂਜ਼ ਕਰਦੇ ਹਾਂ। ਲਾਈਟ ਕਿਹਦੀ ਯੂਜ਼ ਕਰਦੇ ਹਾਂ? ਹੈਲੀਕਲ ਜ਼ੀਨੋਨ ਫਲੈਸ਼ ਲੈਂਪ ਦੀ। ਇਹ ਆਪਣੇ ਕੋਲੇ ਕਿਵੇਂ, ਇਹ ਲਗਾਤਾਰ ਆਪਾਂ ਨੂੰ ਲਾਈਟ ਨਹੀਂ ਦਿੰਦਾ, ਇਹ ਪਹਿਲਾਂ ਜਗਦਾ, ਜਿਵੇਂ ਫਿਰ ਬੰਦ ਹੋ ਜਾਂਦਾ, ਫਿਰ ਜਗਦਾ, ਫਿਰ ਬੰਦ। ਤਾਂ ਇਹਦੇ ਨਾਲ ਜਿਹੜੀ ਆਪਣੇ ਕੋਲੇ ਰਿਜ਼ਲਟ ਆਉਂਦਾ ਹੈ, ਜਿਹੜੀ ਆਪਣੇ ਕੋਲੇ ਪੋਪੂਲੇਸ਼ਨ ਜਾਂ ਐਨਰਜੀ ਨਿਕਲਦੀ ਆ, ਉਹ ਸਪਾਈਕਸ ਦੀ ਫੋਰਮ 'ਤੇ ਨਿਕਲਦੀ ਹੈ, ਜਿਵੇਂ ਐਵੇਂ ਕਰਕੇ। ਤਾਂ ਆਪਣੇ ਕੋਲੇ ਇਸ ਪੰਪਿੰਗ ਸਕੀਮ ਨੂੰ ਆਪਟੀਕਲ ਪੰਪਿੰਗ ਸਕੀਮ ਕਹਿੰਦੇ ਆ। ਤੇ ਕਾਮਨਲੀ ਯੂਜ਼ ਐਜ਼ ਅ ਸੋਰਸ ਆਫ ਆਪਟੀਕਲ ਪੰਪਿੰਗ। ਕਿਹਨੂੰ ਕਰਦੇ ਆ ਯੂਜ਼? ਜ਼ੀਨੋਨ ਫਲੈਸ਼ ਲੈਂਪ ਜਾਂ ਫੋਟੋਨਸ ਨੂੰ ਯੂਜ਼ ਕਰਦੇ ਆ। ਫੋਟੋਨਸ ਨੂੰ ਯੂਜ਼ ਕਰਦੇ ਆ, ਇਸੇ ਕਰਕੇ ਇਹਦਾ ਨਾਮ ਆਪਟੀਕਲ ਪੰਪਿੰਗ ਹੈ। Optical pumping is used for any medium which is transparent to light use। ਟਰਾਂਸਪੇਰੈਂਟ ਆਪਾਂ ਕਿਉਂ ਯੂਜ਼ ਕਰਦੇ ਹਾਂ? ਤਾਂ ਕਿ ਉਹਦੇ ਅੰਦਰ ਲਾਈਟ ਪਾਸ ਕਰ ਸਕੇ।
then method is pumping is used in solid state ruby laser and liquid tunable dye laser। इट डाई लेज़र का मतलब ਕੀ ਹੈ, ਕਿਸੇ ਵੀ ਲਿਕੁਇਡ ਡਾਈ ਕਿਸੇ ਵੀ ਲਿਕੁਇਡ ਨੂੰ ਡਿਨੋਟ ਕਰਦਾ ਹੈ ਜਿਹਦੇ ਆਪਾਂ ਨੂੰ ਲੇਜ਼ਰ ਮਿਲਦੀ ਹੋਵੇ। ਇਟ ਇਜ਼ ਆਲਸੋ ਨੋਟ ਦੈਟ ਫ੍ਰੀਕੁਐਂਸੀ ਆਫ ਲਾਈਟ used a optical pumping should be higher than the emitted photon in laser action। ਹੁਣ ਆਪਣੇ ਕੋਲੇ ਫੋਟੋਨਸ ਦੀ એનર્ਜੀ ਜਾਂ ਉਹਦੀ ਸਪੀਡ ਕਿੰਨੀ ਹੈ, ਆਪਣੇ ਕੋਲੇ ਸਪੀਡ ਆਫ ਲਾਈਟ ਨਾਲ ਹਿੱਟ ਕਰਦੀ ਹੈ। ਤਾਂ ਜਦੋਂ ਉਹ ਫੋਟੋਨਸ ਹੈ ਕਿਸੇ ਵੀ ਮਤਲਬ ਕਿ ਐਟਮਸ ਨੂੰ ਉਹ ਜਿਹੜਾ ਹੈਗਾ, ਜਿਵੇਂ ਆਪਣੇ ਕੋਲੇ ਫੋਟੋਨ ਹੈ ਉਹ ਆਪਣੇ ਕੋਲੇ ਗਰਾਊਂਡ ਸਟੇਟ ਦੇ ਐਟਮਸ ਨੂੰ ਹਿੱਟ ਕਰੇਗਾ ਤਾਂ ਉਹ ਆਪਣੇ ਕੋਲੇ ਗਰਾਊਂਡ ਉੱਤੇ ਐਕਸਾਈਟਡ ਸਟੇਟ 'ਚ ਚਲੇ ਜਾਣਗੇ। ਇਸ ਪ੍ਰੋਸੈਸ ਨੂੰ ਕਰਦੇ ਕਰਦੇ ਆਪਣੇ ਕੋਲੇ N2 ਗ੍ਰੇਟਰ ਦੈਨ N, ਮਤਲਬ ਕਿ ਐਕਸਾਈਟਡ ਸਟੇਟ 'ਚ ਜਿਹੜੇ ਐਟਮਸ ਆ ਉਹ ਜ਼ਿਆਦਾ ਹੋ ਜਾਣਗੇ ਕਿਹਦੇ ਤੋਂ, ਲੋਅਰ ਲੈਵਲ ਤੋਂ। ਇਸ ਨੂੰ ਹੀ ਆਪਾਂ ਪੋਪੂਲੇਸ਼ਨ ਇਨਵਰਜਨ ਕਹਿੰਦੇ ਹਾਂ। ਅਤੇ ਆ ਸਕੀਮ ਨੂੰ ਪੰਪਿੰਗ ਸਕੀਮ ਦੈਨ ਲੋਅਰ ਸਟੇਟ ਲੋਅਰ ਦੈਨ ਲੈਵਲ ਮੇ ਬੀ। ਹੁਣ ਆਪਾਂ ਦੇਖਦੇ ਹਾਂ ਆਪਣੇ ਕੋਲੇ ਆ ਪੰਪਿੰਗ ਕਿੰਨੀ ਤਰ੍ਹਾਂ ਦੀ ਹੁੰਦੀ ਹੈ। ਆਪਣੇ ਕੋਲੇ ਸਭ ਤੋਂ ਪਹਿਲਾਂ ਆਪਣੇ ਕੋਲੇ ਲੈਵਲਸ ਕਿੰਨੇ ਤਰ੍ਹਾਂ ਦੇ ਹੁੰਦੇ ਆ, 3 ਲੈਵਲ ਹੁੰਦੇ ਆ, 4 ਲੈਵਲ ਹੁੰਦੇ ਆ, 2 ਲੈਵਲ ਹੁੰਦੇ ਆ। ਉਹਨਾਂ ਨੂੰ ਆਪਾਂ ਬਾਅਦ 'ਚ ਡਿਸਕਸ ਕਰਾਂਗੇ। ਤਾਂ ਇਹ ਜਿਹੜਾ ਪ੍ਰੋਸੈਸ ਫੋਟੋਨ ਨੂੰ ਹਿੱਟ ਕਰਵਾ ਕੇ ਲੋਅਰ ਸਟੇਟ ਟੂ ਗਰਾਊਂਡ ਆਪਣੇ ਐਕਸਾਈਟਡ ਸਟੇਟ 'ਚ ਜਾਣਾ, ਇਹਨੂੰ ਹੀ ਆਪਾਂ ਆਪਟੀਕਲ ਪੰਪਿੰਗ ਕਹਿੰਦੇ ਆ। ਨੈਕਸਟ ਆਪਣੇ ਕੋਲੇ ਇਲੈਕਟ੍ਰਿਕ ਪੰਪਿੰਗ। ਇਲੈਕਟ੍ਰੀਕਲ ਪੰਪਿੰਗ 'ਚ ਕੀ ਹੈ, ਇਲੈਕਟ੍ਰੀਕਲ ਪੰਪਿੰਗ ਇਜ਼ ਯੂਜ਼ ਟੂ ਗੈਸ ਲੇਜ਼ਰਸ। ਇਨ ਦਿਸ ਕੇਸ electric discharge tube is used to supply necessary energy of active medium in electrical discharge tube active medium। ਹੁਣ ਐਕਟਿਵ ਮੀਡੀਅਮ ਕੀ ਹੁੰਦਾ ਆਪਣੇ ਕੋਲ, ਐਕਟਿਵ ਮੀਡੀਅਮ ਕੋਈ ਵੀ ਮੀਡੀਅਮ ਹੋ ਸਕਦਾ ਹੈ, ਜ਼ਰੂਰੀ ਨਹੀਂ ਹੈ ਉਹ ਗੈਸ ਹੀ ਹੋਵੇ, ਗੈਸ ਲਿਕੁਇਡ ਸੋਲਿਡ ਕੋਈ ਵੀ ਹੋ ਸਕਦਾ ਹੈ। ਆਪਣੇ ਕੋਲ ਐਕਟਿਵ ਮੀਡੀਅਮ ਉਹ ਮੀਡੀਅਮ ਹੁੰਦਾ ਜਿਹੜਾ ਜਿਹਦੇ ਤੋਂ ਆਪਾਂ ਨੂੰ ਲੇਜ਼ਰ ਮਿਲਦੀ ਹੋਵੇ, ਠੀਕ ਹੈ, ਜਿਹਦੇ ਤੋਂ ਆਪਾਂ ਨੂੰ ਲੇਜ਼ਰ ਮਿਲਦੀ ਹੋਵੇ ਉਹਨੂੰ ਆਪਾਂ ਐਕਟਿਵ ਮੀਡੀਅਮ ਕਹਿੰਦੇ ਹਾਂ। is placed between two anode and cathode. A high voltage applied to a electrode ionize the gas। ਆਪਾਂ ਇੱਕ ਹਾਈ ਵੋਲਟੇਜ ਅਪਲਾਈਡ ਕਰਕੇ ਜਿਹੜੀ ਗੈਸ ਹੈ ਉਹਨੂੰ ਆਇਨਸ ਕਰਦੇ ਹਾਂ। ਇਸ ਕੰਡਕਟ ਇਲੈਕਟ੍ਰੀਸਿਟੀ ਤਾਂ ਕਿ ਉਹ ਇਲੈਕਟ੍ਰੀਸਿਟੀ ਨੂੰ ਕੰਡਕਟ ਕਰ ਸਕੇ। ਦ ਕਰੰਟ ਇਜ਼ ਪ੍ਰੋਡਿਊਸਡ ਐਂਡ ਫਲੋ ਆਫ ਇਲੈਕਟ੍ਰੋਨ ਫਰੋਮ ਕੈਥੋਡ ਟੂ ਐਨੋਡ excites the atoms of gas and excited level from where they drop to a metastable state। ਹੁਣ ਆਪਾਂ ਕੀ ਦੇਖਦੇ ਹਾਂ, ਜਦੋਂ ਉਹਨਾਂ ਨੂੰ ਐਨਰਜੀ ਮਿਲ ਗਈ ਉਹ ਐਕਸਾਈਟਡ ਲੈਵਲ ਫਰੋਮ ਦੇ ਡਰੋਪ ਦਾ ਮੈਟਾਸਟੇਬਲ ਸਟੇਟ। ਤਾਂ ਆਪਣੇ ਕੋਲੇ 3 ਸਟੇਟਸ ਹੁੰਦੀਆਂ, ਕਿਵੇਂ ਹੁੰਦੀਆਂ, ਸਭ ਤੋਂ ਪਹਿਲਾਂ ਆਪਣੇ ਕੋਲੇ ਕੀ ਹੈ, ਆਪਣੇ ਕੋਲੇ ਐਕਸਾਈਟਡ ਸਟੇਟ ਹੈਗੀ ਹੈ, ਆਪਣੇ ਕੋਲੇ ਮੈਟਾਸਟੇਬਲ ਸਟੇਟ ਹੈਗੀ ਹੈ ਅਤੇ ਆਪਣੇ ਕੋਲੇ ਗਰਾਊਂਡ ਸਟੇਟ ਹੈਗੀ ਹੈ। ਸਭ ਤੋਂ ਪਹਿਲਾਂ ਐਕਸਾਈਟ ਹੋਇਆ, ਉਸ ਤੋਂ ਬਾਅਦ ਇਹਨੇ ਆਪਦੀ ਐਨਰਜੀ ਡਰੋਪ ਕੀਤੀ ਮੈਟਾਸਟੇਬਲ, ਇੱਥੇ ਸਪੌਂਟੇਨੀਅਸ ਐਮਿਸ਼ਨ ਹੋਏਗਾ। ਫਿਰ ਸਪੌਂਟੇਨੀਅਸ ਐਮਿਸ਼ਨ ਤੋਂ ਬਾਅਦ ਇੱਥੇ ਗਰਾਊਂਡ ਸਟੇਟ 'ਚ ਆਉਣ ਲਈ ਇਹਨੂੰ ਇੱਥੇ ਆਪਾਂ ਇੱਕ ਹੋਰ ਫੋਟੋਨ ਟ੍ਰਿਗਰ ਕਰਵਾਇਆ। ਤਾਂ ਇੱਕ ਹੋਰ ਫੋਟੋਨ ਟ੍ਰਿਗਰ ਕਰਵਾਇਆ ਤਾਂ ਇਹਨੂੰ ਥੱਲੇ ਲੈ ਕੇ ਆਏਗਾ। ਇੱਥੇ ਆਪਣੇ ਕੋਲ ਸਟੀਮੂਲੇਟਡ ਐਮਿਸ਼ਨ ਹੋਏਗਾ ਅਤੇ ਜਦੋਂ ਆ ਥੱਲੇ ਆਏਗਾ ਮੈਟਾਸਟੇਬਲ ਸਟੇਟ ਤੋਂ ਥੱਲੇ ਆਏਗਾ, ਇੱਥੇ ਹੀ ਆਪਾਂ ਨੂੰ 2 ਫੋਟੋਨਸ ਮਿਲਣਗੇ ਜਿਹੜੇ ਇਨ ਫੇਜ਼ 'ਚ ਹੋਣਗੇ ਅਤੇ ਇਹਨਾਂ ਤੋਂ ਹੀ ਆਪਣੇ ਕੋਲੇ ਕਿਹੜੀ ਲੇਜ਼ਰ ਮਿਲੇਗੀ ਆਪਾਂ ਨੂੰ। ਦਿਸ ਵਿਲ ਲੀਡ ਟੂ population inversion। Actually the ions of electron are formed due to the high voltage but high velocity electrons moving from cathode to anode in discharge tube and responsible to excite the atoms to active medium so that the achieve population inversion। The mass of ions and more so their movement is not too significant। The electrical pumping method can also be used to another category of laser is called semiconductor lasers। ਹੁਣ ਜਿਹੜੀ ਇਲੈਕਟ੍ਰੀਕਲ ਪੰਪਿੰਗ ਸਕੀਮ ਹੈ ਇਹਨੂੰ ਕਿੱਥੇ ਆਪਾਂ ਸੈਮੀਕੰਡਕਟਰ ਲੇਜ਼ਰਸ 'ਚ ਯੂਜ਼ ਕਰਦੇ ਹਾਂ, ਇਹਨੂੰ ਆਪਾਂ ਅੱਗੇ ਸਟੱਡੀ ਕਰਾਂਗੇ। ਹੇਅਰ ਦਾ ਡਾਇਰੈਕਟ conversion of electrical energy to light energy takes place। In this case the charge carriers are excited to higher energy level। ਚਾਰਜ ਕੈਰੀਅਰਸ ਆਪਣੇ ਕੋਲੇ ਜਾਂ ਤਾਂ ਇਲੈਕਟ੍ਰੋਨਸ ਹੋਣਗੇ ਜਾਂ ਫਿਰ ਹੋਲਸ ਹੋਣਗੇ, ਉਹ ਆਪਣੇ ਕੋਲੇ ਐਕਸਾਈਟਡ ਐਨਰਜੀ ਸਟੇਟ ਲੈਵਲ 'ਚ ਜਾਂਦੀ ਹੈ। ਆਲਸੋ ਡਿਪਲੀਸ਼ਨ ਰੀਜ਼ਨ, ਹੁਣ ਡਿਪਲੀਸ਼ਨ ਰੀਜ਼ਨ ਦੀ ਗੱਲ ਹੋ ਰਹੀ ਹੈ, ਮਤਲਬ ਕਿ ਸੈਮੀਕੰਡਕਟਰ ਲੇਜ਼ਰ ਦੀ ਗੱਲ ਹੋ ਰਹੀ ਹੈ ਐਂਡ ਜਾਂ ਉਹਨੂੰ ਜੰਕਸ਼ਨ ਰੀਜ਼ਨ ਵੀ ਕਹਿ ਦਿੰਦੇ ਆ। ਵੇਅਰ ਦਾ ਪੋਪੂਲੇਸ਼ਨ ਇਨਵਰਜਨ ਟੇਕ ਪਲੇਸ, ਕਿਹਦੇ ਅੰਦਰ
अपने कोले पॉपूलेशन इनवर्जन दा डिप्लीजन लेयर आपां की फर्दर स्टडी करांगे सैमीकंडक्टर लेजर च ਉਹਦੇ अंदर आपां की देखांगे ਜਿਹੜੀ अपने कोले पंपिंग मैथड ਜਾਂ पॉपूलेशन इनवर्जन ਹੁੰਦਾ ਹੈ ਕਿਹਦੇ ਅੰਦਰ ਹੁੰਦਾ ਹੈ ਸੈਮੀਕੰਡਕਟਰ ਲੇਜ਼ਰਸ ਦੇ ਅੰਦਰ ਹੁੰਦਾ ਹੈ in semiconductor lasers light is produced in the junction region due to electron hole recombination ਤਾਂ ਆਪਣੇ ਕੋਲ ਜਿਹੜੀ ਡਿਪਲੀਸ਼ਨ ਲੇਅਰ ਉਹ ਕਿਉਂ ਹੁੰਦੀ ਹੈ ਕਿਉਂਕਿ ਇੱਧਰਲੇ ਪਾਸੇ ਆਪਣੇ ਕੋਲੇ ਪੋਜ਼ਿਟਿਵ ਚਾਰਜ ਇੱਧੇ ਪਾਸੇ ਨੈਗੇਟਿਵ ਚਾਰਜ ਉਹ ਆਪਣੇ ਕੋਲੇ ਇਹਦੇ ਅੰਦਰ ਕਰੰਟ ਫਲੋ ਹੋਣ ਤੋਂ ਰੋਕਦੇ ਆ ਪਰ ਜਦ ਆਪਾਂ ਇੱਥੇ ਇਲੈਕਟ੍ਰੀਕਲ ਪੰਪਿੰਗ ਸਕੀਮ ਲਗਾਉਂਦੇ ਹਾਂ ਤਾਂ ਇਹਨਾਂ ਨੂੰ ਇੱਥੋਂ ਆਹ ਪੁਸ਼ ਕਰਦੇ ਆ ਜਿਹਦੇ ਨਾਲ ਡਿਪਲੀਸ਼ਨ ਲੇਅਰ ਦੇ ਅੰਦਰ ਵੀ ਕਰੰਟ ਪ੍ਰੋਡਿਊਸ ਹੁੰਦਾ ਅਤੇ ਇਲੈਕਟ੍ਰੋਨ ਅਤੇ ਹੋਲਸ ਦਾ ਫਲੋ ਹੁੰਦਾ ਜਿਹਦੇ ਨਾਲ ਇਲੈਕਟ੍ਰੋਨ ਐਂਡ ਹੋਲ ਰੀਕੋਂਬੀਨੇਸ਼ਨ ਹੁੰਦੀ ਹੈ ਅਤੇ ਇਸ ਤਰ੍ਹਾਂ ਨਾਲ ਆਪਾਂ ਇਲੈਕਟ੍ਰੀਕਲ ਪੰਪਿੰਗ ਕਰਵਾਉਂਦੇ ਹਾਂ ਨੈਕਸਟ ਆਪਣੇ ਕੋਲੇ ਇਲੈਕਟ੍ਰੀਕਲ ਪੰਪਿੰਗ 'ਚ ਦੋ ਤਰ੍ਹਾਂ ਦੀ ਹੁੰਦੇ ਆ ਫਰਦਰ ਪੰਪਿੰਗ ਆ ਜਾਂਦੀ ਹੈ ਕਿਹੜੀ ਕੋਲੀਜਨ ਆਫ ਫਸਟ ਕਾਈਂਡ ਐਂਡ ਕੋਲੀਜਨ ਆਫ ਸੈਕਿੰਡ ਕਾਈਂਡ This type is process takes place when the active medium consists of one type species collision of one first kinds ਕਿਹੜਾ ਹੁੰਦਾ ਜਿਹਦੇ ਅੰਦਰ ਆਪਣੇ ਕੋਲੇ ਐਕਟਿਵ ਮੀਡੀਅਮ ਦੇ ਅੰਦਰ ਸਿਰਫ ਇੱਕ ਤਰ੍ਹਾਂ ਦੇ ਹੀ ਪਾਰਟੀਕਲਸ ਹੋਣ ਕਿਹੜੇ ਜਿਵੇਂ ਇੱਥੇ ਹਾਈ ਐਨਰਜੀ ਹੈ ਇਹਨੇ ਆਪਾਂ ਨੂੰ ਫੋਟੋਨ ਦਿੱਤਾ ਅਤੇ ਐਕਸਾਈਟਡ ਸਟੇਟ ਆ ਲੋਅਰ ਐਨਰਜੀ ਸਟੇਟ ਦਾ ਇਲੈਕਟ੍ਰੋਨ ਹੋ ਗਿਆ ਕਿਉਂਕਿ ਇਹਨੇ ਐਨਰਜੀ ਲੈ ਲਈ ਇੱਥੇ ਐਕਸਾਈਟ ਹੋ ਗਿਆ ਇੱਥੇ ਲੋਅਰ ਐਨਰਜੀ ਹੋ ਗਿਆ ਕੋਲੀਜਨ ਆਫ ਸੈਕਿੰਡ ਕਾਈਂਡ ਇਹਦੇ ਅੰਦਰ ਆਪਾਂ ਡਿਫਰੈਂਟ ਦੋ ਤਰ੍ਹਾਂ ਦੇ ਐਟਮਸ ਲਈਆਂ ਇਹਦੇ ਅੰਦਰ ਆਪਾਂ ਸਿੰਗਲ ਟਾਈਪ ਦੇ ਲੈ ਇੱਥੇ ਆਪਾਂ ਦੋ ਟਾਈਪ ਦੇ ਜਿਵੇਂ ਹੀਲੀਅਮ ਨਿਓਨ ਲੇਜ਼ਰ ਇੱਥੇ ਆਪਾਂ ਦੇਖਦੇ ਹਾਂ ਹੇਅਰ ਐਟਮਸ ਆਫ ਐਕਸ ਸੀ ਰੇਜ਼ ਟੂ ਐਨਰਜੀ ਇੱਥੇ ਆਪਾਂ ਦੇਖਦੇ ਹਾਂ ਜਿਹੜੀ ਐਨਰਜੀ ਹੈ ਐਕਸਾਈਟਡ ਸਟੇਟ ਬਾਈ ਦਾ ਹਾਈ ਪੋਟੈਂਸ਼ੀਅਲ ਇਨ ਡਿਸਚਾਰਜ ਟਿਊਬ these excited atoms excites the atoms of other gas by means that in ਇਲਾਸਟਿਕ ਕੋਲੀਜਨ ਇਲਾਸਟਿਕ ਕੋਲੀਜਨ ਮਤਲਬ ਹੈਗਾ ਇਲਾਸਟਿਕ ਕੋਲੀਜਨ ਹੁੰਦਾ ਹੈ ਆਪਣੇ ਕੋਲੇ ਟ੍ਰਿਗਰ ਕੋਲੀਜਨ ਹੋਣ ਤੋਂ ਬਾਅਦ ਜਿਹੜਾ ਐਟਮ ਹੈ ਉਹਨੂੰ ਫਰਦਰ ਐਨਰਜੀ ਨੂੰ ਗੇਨ ਕਰ ਲੇ ਉਹ ਹੁੰਦਾ ਆਪਣੇ ਕੋਲ ਇਲਾਸਟਿਕ ਕੋਲੀਜਨ ਆਪਣੇ ਕੋਲੇ ਇਨਲਾਸਟਿਕ ਪੰਪਿੰਗ ਕੈਮੀਕਲ ਪੰਪਿੰਗ ਆਪਾਂ ਦੇਖਦੇ ਹਾਂ ਐਨਰਜੀ ਐਗਜ਼ੋਥਰਮਿਕ ਰਿਐਕਸ਼ਨਸ ਕਰਵਾਉਂਦੀਆਂ ਤਾਂ ਆਪਾਂ ਨੂੰ ਐਨਰਜੀ ਰਿਲੀਜ਼ ਹੁੰਦੀ ਹੈ ਜਿਹਦੇ ਨਾਲ ਆਪਣੀ ਪੰਪਿੰਗ ਅਪਲਾਈ ਹੁੰਦੀ ਹੈ ਐਕਸਾਈਟੇਸ਼ਨ ਆਫ ਐਟਮਸ in active medium so as they achieve the population inversion ਇਹਦੇ ਅੰਦਰ ਐਗਜ਼ੋਥਰਮਿਕ ਕੈਮੀਕਲ ਰਿਐਕਸ਼ਨ ਨਾਲ ਆਪਾਂ ਐਟਮ ਨੂੰ ਐਕਸਾਈਟ ਕਰਵਾ ਕੇ ਇਹਨਾਂ ਨੂੰ ਪੰਪਿੰਗ ਸਕੀਮ ਅਪਲਾਈ ਕਰਵਾਉਂਦੇ ਹਾਂ ਤਾਂ ਇਸ ਤਰ੍ਹਾਂ ਦੇ ਜਿਹੜੇ ਪੋਪੂਲੇਸ਼ਨ ਇਨਵਰਜਨ ਅਚੀਵ ਹੁੰਦਾ ਉਹਨੂੰ ਆਪਾਂ ਕੈਮੀਕਲ ਪੰਪਿੰਗ ਕਹਿੰਦੇ ਹਾਂ ਸਚ ਕਾਈਂਡ ਆਫ ਪੰਪਿੰਗ ਇਜ਼ ਕਾਲਡ ਕੈਮੀਕਲ ਪੰਪਿੰਗ the basic requirements of the chemical pumping have highly reactive and explosive mixing of gases. X-ray pumping. There is another technique of excite the atoms in solid. Here X-ray beam used to excitation process. Then techniques of the X-ray pumping where the population inversion is achieved by supplying energy in from X-ray beam. ਤਾਂ ਆਪਾਂ ਐਕਸਰੇ ਬੀਮ 'ਚ ਕੀ ਦੇਖਦੇ ਹਾਂ ਆਪਾਂ ਐਕਸਰੇਜ਼ ਦੁਆਰਾ ਇਹਨਾਂ ਨੂੰ ਐਨਰਜੀ ਦਿੰਦੇ ਹਾਂ ਤਾਂ ਜੋ ਇੱਥੇ ਆਪਣੇ ਕੋਲੇ ਪੋਪੂਲੇਸ਼ਨ ਇਨਵਰਜਨ ਜਾਂ ਪੰਪਿੰਗ ਸਕੀਮ ਅਚੀਵ ਹੋ ਸਕੇ ਥੈਂਕਸ